ਬਹੁਤ ਹੀ ਪਿਆਰੇ ਵਿਦਿਆਰਥੀਓ, ਹੁਣ ਅਸੀਂ ਕਰਨ ਜਾ ਰਹੇ ਹਾਂ ਕਲਾਸ 8th ਵਿਸ਼ਾ ਸਾਇੰਸ ਚੈਪਟਰ 7th ਦਾ ਦੂਸਰਾ ਕੁਇਜ਼। ਇਸ ਦਾ ਪਹਿਲਾ ਕੁਇਜ਼ ਅਸੀਂ ਪਿਛਲੇ ਵੀਡੀਓ ਵਿੱਚ ਕਰ ਚੁੱਕੇ ਹਾਂ, ਸੋ ਆਓ ਚੱਲਦੇ ਹਾਂ ਹੁਣ ਇਸ ਦੇ ਪ੍ਰਸ਼ਨ ਉੱਤਰਾਂ ਤੇ। ਪ੍ਰਸ਼ਨ 16ਵਾਂ, ਨਵੀਨ ਆਪਣੇ ਮਾਤਾ ਪਿਤਾ ਨਾਲ ਸਾਇੰਸ ਸਿਟੀ ਘੁੰਮਣ ਗਿਆ। ਉੱਥੇ ਉਸਨੇ ਬਾਗ ਦਾ ਢਾਂਚਾ ਵੇਖਿਆ। ਉਸਨੇ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਕਿ ਇਹ ਕਿਸ ਪ੍ਰਕਾਰ ਦੀ ਪ੍ਰਜਾਤੀ ਦਾ ਜੀਵ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਸੰਕਟਕਾਲੀਨ ਪ੍ਰਜਾਤੀ, ਅਲੋਪ ਪ੍ਰਜਾਤੀ, ਸਥਾਨਕ ਪ੍ਰਜਾਤੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਆਏਗਾ ਸੰਕਟਕਾਲੀਨ ਪ੍ਰਜਾਤੀ। ਅਗਲਾ ਪ੍ਰਸ਼ਨ, ਆਂਚਲ ਅਤੇ ਸੁਮਨ ਆਪਣੇ ਅਧਿਆਪਕ ਨਾਲ ਹਰੀਕੇ ਪੱਤਣ ਵਿਖੇ ਘੁੰਮਣ ਗਏ। ਅਤੇ ਉਹਨਾਂ ਨੇ ਉਸ ਸਥਾਨ ਵਿਖੇ ਸਫੇਦ ਰੰਗ ਦੇ ਬਗਲੇ ਵਰਗੇ ਪੰਛੀ ਵੇਖੇ, ਜਿਸ ਤੇ ਆਂਚਲ ਨੇ ਆਪਣੇ ਅਧਿਆਪਕ ਤੋਂ ਇਹਨਾਂ ਪੰਛੀਆਂ ਬਾਰੇ ਪੁੱਛਿਆ ਤਾਂ ਅਧਿਆਪਕ ਨੇ ਉਹਨਾਂ ਪੰਛੀਆਂ ਬਾਰੇ ਕੀ ਦੱਸਿਆ ਕਿ ਇਹ ਸਥਾਨਕ ਪੰਛੀ ਨੇ, ਪ੍ਰਵਾਸੀ ਪੰਛੀ ਨੇ, ਖਤਰੇ ਦੀ ਕਗਾਰ ਤੇ ਪੰਛੀ ਨੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੈ ਇਹ ਪ੍ਰਵਾਸੀ ਪੰਛੀ ਨੇ। ਸੋ ਪ੍ਰਵਾਸੀ ਪੰਛੀ ਸੀ ਜਿਹੜੇ ਉਹਨਾਂ ਨੇ ਉੱਥੇ ਦੇਖੇ ਸੀ। ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 18ਵਾਂ, ਰਜਿੰਦਰ ਜੂਨ ਦੀਆਂ ਛੁੱਟੀਆਂ ਵਿੱਚ ਦਿੱਲੀ ਵਿਖੇ ਚਿੜੀਆ ਘਰ ਘੁੰਮਣ ਗਿਆ ਅਤੇ ਉਸਨੇ ਉੱਥੇ ਰਾਸ਼ਟਰੀ ਜੰਤੂ ਬਾਘ ਵੇਖਿਆ। ਉਸਦੇ ਅਧਿਆਪਕ ਨੇ ਦੱਸਿਆ ਕਿ ਇਹ ਪ੍ਰਜਾਤੀ ਖਤਰੇ ਦੀ ਕਗਾਰ ਤੇ ਹੈ। ਇਸ ਤੇ ਰਜਿੰਦਰ ਨੇ ਅਧਿਆਪਕ ਨੂੰ ਇਸ ਦੇ ਰਿਕਾਰਡ ਰੱਖਣ ਬਾਰੇ ਪੁੱਛਿਆ। ਅਧਿਆਪਕ ਨੇ ਕੀ ਉੱਤਰ ਦਿੱਤਾ ਹੋਵੇਗਾ? ਤੇ ਆਪਸ਼ਨ ਦਿੱਤੇ ਗਏ ਨੇ ਇਹਦੇ ਵਿੱਚ ਵਿਗਿਆਨ ਦੀ ਬੁੱਕ, ਇਤਿਹਾਸ ਦੀ ਬੁੱਕ, ਰੈੱਡ ਡਾਟਾ ਬੁੱਕ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੈ ਰੈੱਡ ਡਾਟਾ ਬੁੱਕ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ 19ਵਾਂ, ਰਜਿੰਦਰ ਨੇ ਸਤਪੁੜਾ ਨੈਸ਼ਨਲ ਪਾਰਕ ਘੁੰਮਦੇ ਹੋਏ ਇੱਕ ਬੋਰਡ ਵੇਖਿਆ ਜਿਸ ਉੱਪਰ ਸਤਪੁੜਾ ਟਾਈਗਰ ਰਿਜ਼ਰਵ ਲਿਖਿਆ ਹੋਇਆ ਸੀ। ਉਸ ਨੇ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਅਧਿਆਪਕ ਤੋਂ ਪੁੱਛਿਆ। ਅਧਿਆਪਕ ਵੱਲੋਂ ਉਸ ਨੂੰ ਇਸ ਸੰਬੰਧ ਵਿੱਚ ਕੀ ਦੱਸਿਆ ਹੋਵੇਗਾ ਕਿ ਹਾਥੀ ਦੀ ਹੋਂਦ ਬਚਾਉਣ ਲਈ, ਬਾਘਾਂ ਦੀ ਹੋਂਦ ਬਚਾਉਣ ਲਈ, ਜੰਗਲੀ ਮੱਝਾਂ ਦੀ ਹੋਂਦ ਬਚਾਉਣ ਲਈ ਜਾਂ 12 ਸਿੰਗਿਆਂ ਦੀ ਹੋਂਦ ਬਚਾਉਣ ਲਈ। ਸੋ ਇਸ ਦਾ ਉੱਤਰ ਹੈ ਬਾਘਾਂ ਦੀ ਹੋਂਦ ਬਚਾਉਣ ਲਈ ਸਤਪੁੜਾ ਨੈਸ਼ਨਲ ਪਾਰਕ ਵਿਖੇ ਉਹ ਬੋਰਡ ਲੱਗਾ ਹੋਇਆ ਸੀਗਾ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 20ਵਾਂ, ਜਗਜੀਤ ਆਪਣੇ ਪਿਤਾ ਜੀ ਨਾਲ ਹੁਸ਼ਿਆਰਪੁਰ ਵਿਖੇ ਜਾ ਰਿਹਾ ਸੀ। ਰਸਤੇ ਵਿੱਚ ਉਸਨੇ ਇੱਕ ਜੰਗਲ ਅਤੇ ਜੰਗਲੀ ਜੀਵਨ ਬਚਾਉਣ ਦਾ ਬੋਰਡ ਵੇਖਿਆ। ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਸਾਨੂੰ ਇਸ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ। ਇਸ ਨਾਲ ਪ੍ਰਿਥਵੀ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਕੁਦਰਤੀ ਸੰਤੁਲਨ ਨਹੀਂ ਵਿਗੜਦਾ। ਇਸ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਨਹੀਂ ਹੁੰਦਾ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੋਏਗਾ ਉਪਰੋਕਤ ਸਾਰੇ। ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ 21ਵਾਂ, ਚਿੜੀਆ ਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਕੀ ਅੰਤਰ ਹੈ? ਚਿੜੀਆ ਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਕੀ ਅੰਤਰ ਹੈ? ਚਿੜੀਆ ਘਰਾਂ ਵਿੱਚ ਜੰਤੂਆਂ ਨੂੰ ਸੁਰੱਖਿਆ ਪ੍ਰਾਪਤ ਨਹੀਂ ਹੁੰਦੀ, ਪਰ ਰੱਖਾਂ ਵਿੱਚ ਹੁੰਦੀ ਹੈ। ਚਿੜੀਆ ਘਰਾਂ ਵਿੱਚ ਜੰਤੂਆਂ ਨੂੰ ਕੁਦਰਤੀ ਨਿਵਾਸ ਸਥਾਨ ਵਿੱਚ ਰੱਖਦੇ ਹਨ, ਜਦੋਂ ਕਿ ਰੱਖਾਂ ਵਿੱਚ ਬਣਾਉਟੀ ਨਿਵਾਸ ਸਥਾਨਾਂ ਵਿੱਚ ਰੱਖਦੇ ਨੇ। ਰੱਖਾਂ ਵਿੱਚ ਜੰਤੂਆਂ ਨੂੰ ਕੁਦਰਤੀ ਨਿਵਾਸ ਸਥਾਨ ਵਿੱਚ ਰੱਖਦੇ ਨੇ, ਜਦੋਂ ਕਿ ਚਿੜੀਆ ਘਰਾਂ ਵਿੱਚ ਬਣਾਉਟੀ ਨਿਵਾਸ ਸਥਾਨ ਵਿੱਚ ਰੱਖਦੇ ਨੇ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੋਏਗਾ
ਕਿ ਰੱਖਾਂ ਵਿੱਚ ਜੰਤੂਆਂ ਨੂੰ ਕੁਦਰਤੀ ਨਿਵਾਸ ਸਥਾਨ ਵਿੱਚ ਰੱਖਦੇ ਨੇ, ਜਦੋਂ ਕਿ ਚਿੜੀਆ ਘਰਾਂ ਵਿੱਚ ਬਣਾਉਟੀ ਨਿਵਾਸ ਸਥਾਨਾਂ ਵਿੱਚ ਰੱਖਦੇ ਨੇ। ਭਾਵ ਕਿ ਤੀਸਰੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਸੋ ਰੱਖਾਂ ਵਿੱਚ ਕੁਦਰਤੀ ਨਿਵਾਸ ਹੁੰਦਾ ਹੈ ਤੇ ਚਿੜੀਆ ਘਰਾਂ ਵਿੱਚ ਬਣਾਉਟੀ ਨਿਵਾਸ ਹੁੰਦਾ ਹੈ। ਅਗਲਾ ਪ੍ਰਸ਼ਨ, ਸਜੀਵਾਂ ਦੀ ਪ੍ਰਜਾਤੀ ਤੋਂ ਕੀ ਭਾਵ ਹੈ? ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ ਅਤੇ ਜੀਵ। ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਜੀਵ ਜੰਤੂ, ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਹਨਾਂ ਵਿੱਚੋਂ ਕਿਹੜਾ ਉੱਤਰ ਹੋ ਸਕਦਾ ਹੈ? ਸੋ 22ਵੇਂ ਦਾ ਉੱਤਰ ਹੈ ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ ਅਤੇ ਜੀਵ। ਵਿਸ਼ੇਸ਼ ਖੇਤਰਾਂ ਵਿੱਚ ਪਾਏ ਜਾਣ ਪੇੜ ਪੌਦੇ ਅਤੇ ਜੀਵ। ਸੋ ਪਹਿਲੀ ਆਪਸ਼ਨ ਇਸ ਦਾ ਉੱਤਰ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 23ਵਾਂ, ਜੰਤੂਆਂ ਦੇ ਪ੍ਰਵਾਸ ਤੋਂ ਕੀ ਭਾਵ ਹੈ? ਜਦੋਂ ਜੰਗਲ ਕੱਟਣ ਕਾਰਨ ਜੰਗਲੀ ਜੰਤੂ ਲੋਕਾਂ ਦੇ ਘਰ ਵੱਲ ਆ ਜਾਣ, ਜਦੋਂ ਸਾਡੇ ਘਰੇਲੂ ਜੰਤੂ ਜੰਗਲਾਂ ਵਿੱਚ ਰਹਿਣ ਚਲੇ ਜਾਣ, ਜਦੋਂ ਜਲਵਾਯੂ ਦੇ ਪਰਿਵਰਤਨ ਕਾਰਨ ਕੁਝ ਪੰਛੀ ਹਰ ਸਾਲ ਇੱਕ ਨਿਸ਼ਚਿਤ ਸਮੇਂ ਦੌਰਾਨ ਦੂਰ ਦੁਰਾਡੇ ਖੇਤਰਾਂ ਵਿੱਚ ਚਲੇ ਜਾਣ, ਜਦੋਂ ਪੰਛੀ ਡਰ ਕਾਰਨ ਆਪਣਾ ਸਥਾਨ ਬਦਲ ਲੈਣ। ਸੋ ਜੰਤੂਆਂ ਦੇ ਪ੍ਰਵਾਸ ਦਾ ਭਾਵ ਦੱਸਣਾ ਸੀਗਾ। ਸੋ ਇਸ ਦਾ ਉੱਤਰ ਹੈ ਜਦੋਂ ਜਲਵਾਯੂ ਦੇ ਬਦਲਣ ਕਾਰਨ ਕੁਝ ਪੰਛੀ ਆਪਣੇ ਹਰ ਸਾਲ ਇੱਕ ਨਿਸ਼ਚਿਤ ਸਮੇਂ ਦੌਰਾਨ ਦੂਰ ਦੁਰਾਡੇ ਖੇਤਰਾਂ ਵਿੱਚ ਚਲੇ ਜਾਣ, ਇਸ ਨੂੰ ਜੰਤੂਆਂ ਦਾ ਪ੍ਰਵਾਸ ਕਹਿੰਦੇ ਨੇ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ 24ਵਾਂ, ਜੰਗਲੀ ਜੀਵਨ ਰੱਖਾਂ ਅਤੇ ਰਾਸ਼ਟਰੀ ਪਾਰਕ ਬਚਾਉਣ ਦੇ ਕੀ ਉਦੇਸ਼ ਹਨ? ਜੰਗਲੀ ਜੀਵਨ ਰੱਖਾਂ ਅਤੇ ਰਾਸ਼ਟਰੀ ਪਾਰਕ ਬਣਾਉਣ ਦੇ ਕੀ ਉਦੇਸ਼ ਨੇ? ਇਹ ਜੰਗਲੀ ਜੀਵਾਂ ਨੂੰ ਸੁਰੱਖਿਆ ਅਤੇ ਜਿਉਂਦੇ ਰਹਿਣ ਲਈ ਢੁਕਵੇਂ ਹਾਲਾਤ ਪ੍ਰਦਾਨ ਕਰਦੇ ਨੇ। ਇਹ ਜਾਨਵਰਾਂ ਨੂੰ ਮਾਰਨ ਅਤੇ ਇਹਨਾਂ ਦਾ ਸ਼ਿਕਾਰ ਕਰਨ ਦੀ ਪੂਰਨ ਮਨਾਹੀ ਕਰਦੇ ਨੇ। ਇੱਥੇ ਸੰਕਟਕਾਲੀਨ ਜੰਗਲੀ ਜੀਵਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ਜਾਂ ਉਪਰੋਕਤ ਸਾਰੇ। ਸੋ ਦੇਖਦੇ ਹਾਂ ਇਹਦੇ ਵਿੱਚ ਇਸ ਦਾ ਕਿਹੜਾ ਉੱਤਰ ਹੋ ਸਕਦਾ ਹੈ। ਸੋ ਇਸ ਦਾ ਉੱਤਰ ਹੈ ਉਪਰੋਕਤ ਸਾਰੇ। ਅਗਲੇ ਪ੍ਰਸ਼ਨ ਤੇ ਚਲੀਏ। ਪ੍ਰਸ਼ਨ 25ਵਾਂ, ਪ੍ਰਵਾਸੀ ਪੰਛੀਆਂ ਦੀਆਂ ਕੋਈ ਦੋ ਉਦਾਹਰਨਾਂ ਦਿਓ। ਚਮਗਿੱਦੜ ਅਤੇ ਉੱਲੂ, ਉੱਡਣ ਵਾਲੀ ਗਲੈਰੀ ਅਤੇ ਦਿਓ ਕਦ ਹਰੀ ਗਲੈਰੀ, ਗ੍ਰੇਟਿੰਗ ਫਲੇਮਿੰਗੋ, ਸਾਈਬੇਰੀਅਨ ਸਾਰਸ ਜਾਂ ਉਪਰੋਕਤ ਸਾਰੇ। ਸੋ ਇਸ ਦਾ ਉੱਤਰ ਹੈ ਗ੍ਰੇਟਰ ਫਲੇਮਿੰਗੋ ਅਤੇ ਸਾਈਬੇਰੀਅਨ ਸਾਰਸ। ਸੋ ਤੀਸਰੀ ਆਪਸ਼ਨ ਨੇ ਜੋ ਪ੍ਰਵਾਸੀ ਪੰਛੀ ਨੇ, ਭਾਵ ਕਿ ਹੋਰ ਜਗ੍ਹਾ ਤੋਂ ਪ੍ਰਵਾਸ ਕਰਕੇ ਕਿਸੇ ਹੋਰ ਜਗ੍ਹਾ ਜਾਂਦੇ ਨੇ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 26ਵਾਂ, ਦਿਓ ਕਦ ਗਲੈਰੀ ਉਦਾਹਰਣ ਹੈ ਸੰਕਟਕਾਲੀਨ ਪ੍ਰਜਾਤੀ, ਖਾਸ ਸਥਾਨਕ ਪ੍ਰਜਾਤੀ, ਪ੍ਰਵਾਸੀ ਪੰਛੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਸ ਦਾ ਉੱਤਰ ਹੈ ਖਾਸ ਸਥਾਨਕ ਪ੍ਰਜਾਤੀ, ਯਾਨੀ ਕਿ ਦੂਸਰੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪ੍ਰਸ਼ਨ 27ਵਾਂ, ਅਲੋਪ ਹੋ ਚੁੱਕੇ ਕਿਸੇ ਇੱਕ ਜਾਨਵਰ ਦੀ ਉਦਾਹਰਣ ਦਿਓ। ਚੀਤਾ, ਬਾਘ, ਘੜਿਆਲ ਜਾਂ ਡਾਇਨਾਸੌਰ। ਅਲੋਪ ਹੋ ਚੁੱਕੇ ਕਿਸੇ ਇੱਕ ਜਾਨਵਰ ਦੀ ਉਦਾਹਰਣ ਦੇਣੀ ਹੈ। ਸੋ ਇਹਦੇ ਵਿੱਚੋਂ ਅਲੋਪ ਹੋ ਚੁੱਕਿਆ ਹੈ ਡਾਇਨਾਸੌਰ। ਸੋ 27ਵੇਂ ਦਾ ਚੌਥਾ ਆਪਸ਼ਨ ਠੀਕ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। 28ਵਾਂ ਪ੍ਰਸ਼ਨ, ਪਰਿਸਥਿਤਿਕ ਪ੍ਰਬੰਧ ਵਿੱਚ ਸੂਖਮ ਜੀਵਾਂ ਦੀ ਕੋਈ ਭੂਮਿਕਾ ਨਹੀਂ, ਸਿਰਫ ਵੱਡੇ ਜੀਵ ਜੰਤੂਆਂ ਦੀ ਭੂਮਿਕਾ ਹੁੰਦੀ ਹੈ। ਛੋਟੇ ਅਤੇ ਵੱਡੇ ਦੋਨਾਂ ਜੀਵ ਜੰਤੂਆਂ ਦੀ ਭੂਮਿਕਾ ਹੁੰਦੀ ਹੈ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ 28ਵੇਂ ਦਾ ਉੱਤਰ ਹੈ ਛੋਟੇ ਅਤੇ ਵੱਡੇ ਦੋਨਾਂ ਜੀਵ ਜੰਤੂਆਂ ਦੀ ਭੂਮਿਕਾ ਹੁੰਦੀ ਹੈ, ਭਾਵ ਕਿ ਤੀਸਰਾ ਆਪਸ਼ਨ ਠੀਕ ਹੈ, ਛੋਟੇ ਅਤੇ ਵੱਡੇ ਦੋਨਾਂ ਜੀਵ ਜੰਤੂਆਂ ਦੀ ਭੂਮਿਕਾ ਹੁੰਦੀ ਹੈ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। 29ਵਾਂ ਪ੍ਰਸ਼ਨ, ਜੰਗਲਾਂ ਦੀ ਕਟਾਈ ਕਾਰਨ ਵਾਯੂਮੰਡਲ ਵਿੱਚ ਕਿਸ ਗੈਸ ਦੇ ਵਧਣ ਦਾ ਖਤਰਾ ਬਣ ਜਾਂਦਾ ਹੈ?
ਨਾਈਟ੍ਰੋਜਨ ਗੈਸ ਦੇ ਵਧਣ ਦਾ, ਕਾਰਬਨ ਡਾਈਆਕਸਾਈਡ ਗੈਸ ਦੇ ਵਧਣ ਦਾ, ਜਾਂ ਹਾਈਡਰੋਜਨ ਦੇ ਵਧਣ ਦਾ, ਜਾਂ ਸਲਫਰ ਡਾਈਆਕਸਾਈਡ ਦੇ ਵਧਣ ਦਾ। ਸੋ ਇਸ ਦਾ ਉੱਤਰ ਹੈ ਕਾਰਬਨ ਡਾਈਆਕਸਾਈਡ ਗੈਸ ਦੇ ਵਧਣ ਦਾ ਖਤਰਾ ਬਣ ਜਾਂਦਾ ਹੈ ਜੇਕਰ ਜੰਗਲਾਂ ਦੀ ਕਟਾਈ ਹੁੰਦੀ ਹੈ। ਅਗਲਾ ਪ੍ਰਸ਼ਨ, ਜੰਗਲਾਂ ਤੋਂ ਸਾਨੂੰ ਲੱਕੜੀ ਪ੍ਰਾਪਤ ਹੁੰਦੀ ਹੈ, ਆਕਸੀਜਨ ਪ੍ਰਾਪਤ ਹੁੰਦੀ ਹੈ, ਦਵਾਈਆਂ ਪ੍ਰਾਪਤ ਹੁੰਦੀਆਂ ਨੇ, ਜਾਂ ਉਪਰੋਕਤ ਸਾਰੇ। ਸੋ ਵਿਦਿਆਰਥੀਓ ਇਸ ਦਾ ਉੱਤਰ ਹੈ 30ਵਾਂ, ਕਿ ਸਾਨੂੰ ਇਹਨਾਂ ਵਿੱਚੋਂ ਸਾਰੀਆਂ ਚੀਜ਼ਾਂ ਹੀ ਪ੍ਰਾਪਤ ਹੁੰਦੀਆਂ ਨੇ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਾਠ 7ਵਾਂ ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਦਾ ਦੂਸਰਾ ਕੁਇਜ਼ ਅਤੇ ਉਹਦਾ ਹੱਲ। ਤੁਸੀਂ ਇਸ ਕੁਇਜ਼ ਨੂੰ ਜੇ ਖੁਦ ਵੀ ਹੱਲ ਕਰਨਾ ਚਾਹੋ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਕੁਇਜ਼ ਦਾ ਲਿੰਕ ਦਿੱਤਾ ਗਿਆ ਹੈ। ਤੁਸੀਂ ਉਸ ਲਿੰਕ ਨੂੰ ਕਲਿੱਕ ਕਰਕੇ ਵੀ ਇਹ ਕੁਇਜ਼ ਖੁਦ ਹੱਲ ਕਰਕੇ ਦੇਖ ਸਕਦੇ ਹੋ ਅਤੇ ਪਾ ਸਕਦੇ ਹੋ ਕਿ ਤੁਸੀਂ ਕਿੰਨੇ ਅੰਕ ਗ੍ਰਹਿਣ ਕੀਤੇ ਨੇ। ਸੋ ਉਮੀਦ ਹੈ ਤੁਹਾਡੇ ਲਈ ਇਹ ਵੀਡੀਓ ਜ਼ਰੂਰ ਕਾਰਗਰ ਸਾਬਤ ਹੋਣਗੀਆਂ। ਸੋ ਨਵੀਆਂ ਵੀਡੀਓ ਲਈ ਅਸੀਂ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ।